सत श्री अकाल दोस्तों, मैं पूजा संधू एक बार फिर तो हाजिर हाँ प्रोग्राम दिमाग दी बत्ती ਨੂੰ ਲੈ ਕੇ। ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕੁਝ ਨਵੇਂ ਫੈਕਟ ਦੇਖਦੇ ਹੋ, ਕੁਝ ਨਵੀਆਂ ਜਾਣਕਾਰੀਆਂ ਦੇ ਨਾਲ ਰੂਬਰੂ ਹੁੰਦੇ ਹੋ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਕੁਝ ਨਵੇਂ ਫੈਕਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋ ਗਏ ਹਾਂ। ਤੁਸੀਂ ਬਹੁਤ ਸਾਰੇ ਆਲੇ ਦੁਆਲੇ ਇਦਾਂ ਦੀਆਂ ਚੀਜ਼ਾਂ ਸੁਣੀਆਂ ਹੋਣਗੀਆਂ ਕਿ ਜਿੱਦਾਂ ਇੱਕ ਇਨਸਾਨ ਬਿਨਾਂ ਦਿਲ ਤੋਂ ਕਿੱਦਾਂ ਰਹਿ ਸਕਦਾ ਹੈ, ਕਿ ਅਗਰ ਉਹਦਾ ਦਿਲ ਧੜਕਦਾ ਹੀ ਨਾ ਹੋਵੇ ਤੇ ਉਹ ਕਿੱਦਾਂ ਜ਼ਿੰਦਾ ਰਹਿ ਸਕਦਾ ਆ। ਇਸ ਤਰ੍ਹਾਂ ਦੇ ਕੁਝ ਫੈਕਟ ਤੇ ਅੱਜ ਅਸੀਂ ਜਾਣਕਾਰੀ ਦੇ ਵਿੱਚ ਗੱਲ ਕਰਾਂਗੇ ਕੈਰੋਲੀ ਦੇ ਬਾਰੇ, ਜਿਹੜੇ ਕਿ ਸ਼ਾਰਪ ਸ਼ੂਟਰ ਸੀ। ਸੋ ਇਦਾਂ ਦੇ ਫੈਕਟ ਤੇ ਜਾਣਕਾਰੀਆਂ ਅੱਜ ਤੁਹਾਨੂੰ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਦੇਣ ਵਾਲੇ ਹਾਂ। ਸੋ ਤੁਸੀਂ ਆਪਣੀ ਸੀਟ ਨੂੰ ਬਿਲਕੁਲ ਵੀ ਨਹੀਂ ਛੱਡਣਾ, ਆਪਣੀ ਸੀਟ ਤੇ ਬੈਠ ਜਾਓ ਤੇ ਚੰਗੀ ਤਰ੍ਹਾਂ ਇਸ ਪ੍ਰੋਗਰਾਮ ਨੂੰ ਦੇਖਣਾ ਆ ਤਾਂ ਕਿ ਤੁਹਾਡੀ ਜਾਣਕਾਰੀ ਦੇ ਵਿੱਚ ਹੋਰ ਵਾਧਾ ਹੋ ਸਕੇ। ਸੋ ਬਿਨਾਂ ਕਿਸੇ ਦੇਰੀ ਤੋਂ ਆਪਾਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਚੱਲਦੇ ਹਾਂ ਸਾਡੇ ਫੈਕਟਸ ਵੱਲ। ਸੋ ਵਧਦੇ ਹਾਂ ਜੀ ਸਾਡੇ ਪਹਿਲੇ ਫੈਕਟ ਦੇ ਵੱਲ। ਅਸੀਂ ਆਪਣੀ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਡੀਜ਼ਲ ਤੇ ਪੈਟਰੋਲ ਦੇ ਨਾਲ ਚੱਲਣ ਵਾਲੀਆਂ ਗੱਡੀਆਂ ਤਾਂ ਦੇਖਦੇ ਹੀ ਹਾਂ, ਪਰ ਜਦੋਂ ਗੱਲ ਆਉਂਦੀ ਹੈ ਬਾਈਕ ਦੀ ਤਾਂ ਸਾਰੀਆਂ ਹੀ ਬਾਈਕ ਪੈਟਰੋਲ ਦੇ ਨਾਲ ਹੀ ਚੱਲਦੀਆਂ ਨੇ। ਡੀਜ਼ਲ ਦੀ ਸ਼ਾਇਦ ਹੀ ਤੁਸੀਂ ਕੋਈ ਬਾਈਕ ਕਦੇ ਦੇਖੀ ਹੋਵੇਗੀ। ਹਾਂ, ਡੀਜ਼ਲ ਦੇ ਨਾਲ ਚੱਲਣ ਵਾਲੀ ਪੁਰਾਣੀ ਰਾਇਲ ਇਨਫੀਲਡ ਦੇ ਕਿੱਸੇ ਤਾਂ ਤੁਸੀਂ ਸੁਣੇ ਹੀ ਹੋਣਗੇ, ਪਰ ਕਦੇ ਤੁਸੀਂ ਇਹ ਸੋਚਿਆ ਕਿ ਡੀਜ਼ਲ ਦੇ ਨਾਲ ਚੱਲਣ ਵਾਲੀਆਂ ਬਾਈਕਸ ਕਿਉਂ ਨਹੀਂ ਹੁੰਦੀਆਂ? ਸੋ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਜੀ ਇਸ ਦੇ ਕਈ ਕਾਰਨ ਨੇ। ਸਭ ਤੋਂ ਵੱਡਾ ਕਾਰਨ ਇਹ ਹੈ ਕਿ ਡੀਜ਼ਲ ਦੇ ਇੰਜਨ ਦੇ ਵਿੱਚ ਪੈਦਾ ਹੋਣ ਵਾਲਾ ਹਾਈ ਪ੍ਰੈਸ਼ਰ ਦਰਅਸਲ ਇੱਕ ਡੀਜ਼ਲ ਇੰਜਨ ਇੱਕ ਪੈਟਰੋਲ ਇੰਜਨ ਦੇ ਮੁਕਾਬਲੇ ਕਈ ਜ਼ਿਆਦਾ ਪਾਵਰ ਤੇ ਪ੍ਰੈਸ਼ਰ ਜਨਰੇਟ ਕਰਦਾ ਹੈ, ਜਿਹਦੀ ਵਜ੍ਹਾ ਦੇ ਨਾਲ ਇਹ ਇੰਜਨ ਸਾਈਜ਼ ਦੇ ਵਿੱਚ ਬਲਕੀ ਹੁੰਦੇ ਨੇ, ਭਾਰੀ ਹੁੰਦੇ ਨੇ। ਤੇ ਜੇ ਇਹਨਾਂ ਨੂੰ ਪੈਟਰੋਲ ਇੰਜਨ ਦੀ ਤਰ੍ਹਾਂ ਹਲਕਾ ਬਣਾਇਆ ਜਾਵੇ ਤਾਂ ਹਾਈ ਪ੍ਰੈਸ਼ਰ ਦੀ ਸਥਿਤੀ ਦੇ ਵਿੱਚ ਇਹ ਕਿਸੇ ਸਿਲੰਡਰ ਦੀ ਤਰ੍ਹਾਂ ਫਟ ਵੀ ਸਕਦੇ ਨੇ। ਸੋ ਭਾਰੀ ਹੋਣ ਦੇ ਨਾਲ ਇਹ ਪੈਟਰੋਲ ਇੰਜਨ ਤੋਂ ਕਈ ਗੁਣਾ ਮਹਿੰਗੇ ਵੀ ਹੁੰਦੇ ਨੇ, ਜੋ ਕਿਸੇ ਵੀ ਬਾਈਕ ਦੀ ਵਿਕਰੀ ਦੇ ਲਈ ਸਹੀ ਨਹੀਂ ਹੈ। ਇਸ ਦੇ ਇਲਾਵਾ ਡੀਜ਼ਲ ਇੰਜਨ ਦੀ ਵਾਈਬ੍ਰੇਸ਼ਨ, ਸ਼ੋਰ ਤੇ ਪੋਲਿਊਸ਼ਨ ਵੀ ਇਹਨੂੰ ਇੱਕ ਬਾਈਕ ਦੇ ਲਈ ਸੁਟੇਬਲ ਨਹੀਂ ਬਣਾਉਂਦੇ। ਸੋ ਇਸੇ ਲਈ ਤੁਹਾਨੂੰ ਸੜਕ ਤੇ ਕੋਈ ਵੀ ਡੀਜ਼ਲ ਇੰਜਨ ਦੀ ਬਾਈਕ ਦੇਖਣ ਨੂੰ ਨਹੀਂ ਮਿਲੇਗੀ। ਪਰ 90 ਦੇ ਦਸ਼ਕ ਵਿੱਚ ਰਾਇਲ ਇਨਫੀਲਡ ਨੇ ਭਾਰਤ ਵਿੱਚ ਡੀਜ਼ਲ ਇੰਜਨ ਵਾਲੀ ਬਾਈਕ ਲਾਂਚ ਜ਼ਰੂਰ ਕੀਤੀ ਸੀ, ਜਿਸ ਦੀ ਅੱਗੇ ਜਾ ਕੇ ਪ੍ਰੋਡਕਸ਼ਨ ਬੰਦ ਹੋ ਗਈ। ਪਰ ਅੱਜ ਵੀ ਇਸ ਬਾਈਕ ਨੂੰ ਤੁਸੀਂ ਕਈ ਪਿੰਡਾਂ ਦੇ ਵਿੱਚ, ਗਾਉਂ ਦੇ ਹਿੱਸਿਆਂ ਦੇ ਵਿੱਚ ਦੇਖ ਸਕਦੇ ਹੋ। ਹੁਣ ਜੇ ਗੱਲ ਕਰਦੇ ਹਾਂ ਅਗਲੇ ਫੈਕਟ ਦੀ। ਇਨਸਾਨ ਉਦੋਂ ਤੱਕ ਨਹੀਂ ਮਰਦਾ ਜਦ ਤੱਕ ਉਹਦਾ ਦਿਲ ਧੜਕਦਾ ਰਹਿੰਦਾ ਹੈ, ਸਾਹ ਚੱਲਦੇ ਰਹਿੰਦੇ ਨੇ। ਪਰ ਜੇ ਮੈਂ ਕਹਾਂ ਕਿ ਦੁਨੀਆ ਵਿੱਚ ਇੱਕ ਏਦਾਂ ਦਾ ਸ਼ਖਸ ਸੀ ਜੋ ਜ਼ਿੰਦਾ ਤਾਂ ਸੀ ਪਰ ਉਹਦਾ ਦਿਲ ਧੜਕਦਾ ਨਹੀਂ ਸੀ, ਪਰ ਸ਼ਾਇਦ ਤੁਸੀਂ ਇਸ ਤੇ ਯਕੀਨ ਨਹੀਂ ਕਰੋਗੇ, ਪਰ ਇਹ ਸੱਚੀ ਕਹਾਣੀ ਹੈ ਅਮਰੀਕਾ ਦੇ ਕ੍ਰੈਗ ਲੂਇਸ ਦੀ, ਜਿਹਦੇ ਦਿਲ ਦੇ ਆਸ-ਪਾਸ ਕੁਝ ਪ੍ਰੋਟੀਨ ਕਲੌਕ ਹੋ ਗਏ ਸੀ ਤੇ ਉਸ ਦੇ ਦਿਲ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਸੋ ਡਾਕਟਰਾਂ ਦੇ ਮੁਤਾਬਿਕ ਕ੍ਰੈਗ ਸਿਰਫ ਕੁਝ ਘੰਟੇ ਦਾ ਮਹਿਮਾਨ ਸੀ। ਫਿਰ ਉਸ ਦੀ ਵਾਈਫ ਨੇ ਮੁਸ਼ਕਿਲ ਫੈਸਲਾ ਕੀਤਾ। ਕੋਹਨ ਤੇ ਫਰੇਜ਼ੀਅਰ ਨਾਂ ਦੇ ਡਾਕਟਰਾਂ ਨੇ ਗਾਵਾਂ ਤੇ ਹੋਰ 38 ਬਛੜਿਆਂ ਦੇ ਉੱਪਰ ਆਰਟੀਫੀਸ਼ੀਅਲ ਹਾਰਟ ਦਾ ਸਕਸੈਸਫੁਲ ਟ੍ਰਾਇਲ ਕੀਤਾ ਤੇ ਹੁਣ ਉਹ ਇਸ ਨੂੰ ਇਨਸਾਨਾਂ ਦੇ ਉੱਪਰ ਟਰਾਈ ਕਰਨ ਲਈ ਤਿਆਰ ਸੀ। ਉਹਨਾਂ ਨੇ ਕ੍ਰੈਗ ਦੇ ਲੈਫਟ ਅਤੇ ਰਾਈਟ ਵੈਂਟ੍ਰਿਕਲਸ ਨੂੰ ਦੋ ਸੈਪਰੇਟ ਵੈਂਟ੍ਰਿਕੂਲਰ ਅਸਿਸਟ ਨਾਲ ਰਿਪਲੇਸ ਕਰ ਦਿੱਤਾ। ਹੁਣ ਇਹ ਰੋਟਰ ਪਲੇਟਸ ਕ੍ਰੈਗ ਦੇ ਦਿਲ ਵਿੱਚ ਬਲੱਡ ਫਲੋ ਤਾਂ ਮੇਨਟੇਨ ਕਰ ਰਹੇ ਸੀ, ਪਰ ਕ੍ਰੈਗ ਦਾ ਦਿਲ ਨਹੀਂ ਸੀ ਧੜਕ ਰਿਹਾ। ਉਹਦੀ ਵਾਈਫ ਨੇ ਦੱਸਿਆ ਕਿ ਉਹਦੀ ਛਾਤੀ ਤੇ ਦਿਲ ਲਗਾਉਣ ਨਾਲ ਕੋਈ ਵੀ ਧੜਕਣ ਨਹੀਂ ਸੁਣਾਈ ਦੇ ਰਹੀ ਸੀ ਤੇ ਨਾ ਹੀ ECG ਮਸ਼ੀਨ ਤੇ ਕੁਝ ਆਉਂਦਾ ਸੀ, ਪਰ ਉਹ ਜ਼ਿੰਦਾ ਸੀ। ਸੋ ਕਿਸੇ ਵੀ ਹੋਰ ਇਨਸਾਨ ਦੀ ਤਰ੍ਹਾਂ ਉਹ ਕੁਰਸੀ ਤੇ ਬੈਠ ਸਕਦਾ ਸੀ, ਗੱਲ ਕਰ ਸਕਦਾ ਸੀ। ਹਾਲਾਂਕਿ ਸ਼ੁਰੂਆਤੀ ਰਿਕਵਰੀ ਦੇ ਦੌਰਾਨ ਕ੍ਰੈਗ ਦੀ ਬਿਮਾਰੀ ਕਿਡਨੀ ਤੇ ਲਿਵਰ 'ਚ ਪਹੁੰਚ ਗਈ, ਜਿਸ ਤੋਂ ਬਾਅਦ ਕ੍ਰੈਗ ਬਿਨਾਂ ਕਿਸੇ ਪਲਸ ਦੇ 1 ਮਹੀਨੇ ਤੋਂ ਜ਼ਿਆਦਾ ਜ਼ਿੰਦਾ ਰਿਹਾ। ਪਰ ਫਿਰ ਉਸ ਦੇ ਆਰਗਨਸ ਨੇ ਕੰਮ ਕਰਨਾ ਬੰਦ ਕਰਤਾ, ਜਵਾਬ ਦੇ ਦਿੱਤਾ ਤਾਂ ਉਸ ਦੀ ਹਸਪੀਟਲ ਦੇ ਵਿੱਚ ਹੀ ਮੌਤ ਹੋ ਗਈ। ਸੋ ਅਗਲੇ ਫੈਕਟ ਦੀ ਗੱਲ ਕਰਦੇ ਹਾਂ। ਜੇ ਮੈਂ ਤੁਹਾਨੂੰ ਇਹ ਪੁੱਛਾਂ ਕਿ ਦੁਨੀਆ ਵਿੱਚ ਸਭ ਤੋਂ ਮਹਿੰਗੀ ਲੱਕੜੀ ਕਿਹੜੀ ਹੈ ਤਾਂ 10 ਵਿੱਚੋਂ 8 ਲੋਕ ਤਾਂ ਇਹੀ ਜਵਾਬ ਦੇਣਗੇ ਕਿ ਚੰਦਨ ਦੀ ਲੱਕੜੀ। ਪਰ ਦੋਸਤੋ ਇਦਾਂ ਨਹੀਂ ਆ। ਚੰਦਨ ਦੀ ਲੱਕੜੀ ਮਹਿੰਗੀ ਜ਼ਰੂਰ ਹੈ, ਪਰ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਲੱਕੜੀ ਜਿੰਨਾ ਨਹੀਂ ਹੈ। ਸੋ ਦੋਸਤੋ ਇਹ ਹੈ ਅਫਰੀਕਨ ਬਲੈਕਵੁੱਡ। ਇਸ ਨੂੰ ਹੀ ਦੁਨੀਆ ਦੀ ਸਭ ਤੋਂ ਮਹਿੰਗੀ ਲੱਕੜੀ ਕਿਹਾ ਜਾਂਦਾ ਹੈ। ਜਿੱਥੇ ਚੰਦਨ ਦੀ ਲੱਕੜੀ ਦੀ ਕੀਮਤ 5000 ਤੋਂ 6000 ਪ੍ਰਤੀ ਕਿਲੋਮੀਟਰ ਹੁੰਦੀ ਹੈ, ਉੱਥੇ ਹੀ ਬਲੈਕਵੁੱਡ ਦੀ ਕੀਮਤ
8000 ਪਾਉਂਡ यानी कि 7 ਲੱਖ ਤੋਂ ਵੀ ਜ਼ਿਆਦਾ ਹੁੰਦੀ ਹੈ। ਸੋ ਅਫਰੀਕੀ ਬਲੈਕਵੁੱਡ ਦਾ ਦਰਖਤ ਅਫਰੀਕਾ ਦੇ ਕੁਝ ਗਿਣੇ ਚੁਣੇ ਹੋਏ ਇਲਾਕਿਆਂ ਵਿੱਚ ਹੀ ਪਾਇਆ ਜਾਂਦਾ ਹੈ ਤੇ ਉੱਥੇ ਵੀ ਇਹ ਜ਼ਿਆਦਾ ਸੰਖਿਆ ਦੇ ਵਿੱਚ ਨਹੀਂ ਉਗਦੇ। ਇਸ ਪੇੜ ਦੀ ਉਚਾਈ 25 ਤੋਂ 40 ਫੁੱਟ ਹੁੰਦੀ ਹੈ ਤੇ ਇੱਕ ਪੇੜ ਨੂੰ ਤਿਆਰ ਹੋਣ ਲਈ 50 ਤੋਂ 60 ਸਾਲ ਲੱਗਦੇ ਹਨ। ਕੀਨੀਆ ਤੇ ਤੰਜ਼ਾਨੀਆ ਵਰਗੇ ਦੇਸ਼ਾਂ ਵਿੱਚ ਇਹਦੀ ਲੱਕੜੀ ਦੀ ਅਵੈਧ ਤਸਕਰੀ ਦੀ ਵਜ੍ਹਾ ਨਾਲ ਇਹਨਾਂ ਪੇੜਾਂ ਨੂੰ ਸਮੇਂ ਤੋਂ ਪਹਿਲਾਂ ਹੀ ਕੱਟ ਦਿੱਤਾ ਜਾਂਦਾ ਹੈ। ਇਹਦੇ ਕਰਕੇ ਇਸ ਦੀ ਸੰਖਿਆ ਦੇ ਵਿੱਚ ਬਹੁਤ ਜ਼ਿਆਦਾ ਕਮੀ ਆਈ ਹੈ, ਜਿਹਦੀ ਵਜ੍ਹਾ ਦੇ ਨਾਲ ਇਸ ਦੀ ਲੱਕੜੀ ਬੇहद ਦੁਰਲਭ ਤੇ ਮਹਿੰਗੀ ਹੋ ਗਈ ਹੈ। ਇਸ ਦੀ ਖੂਬਸੂਰਤ ਲੱਕੜੀ ਦਾ ਜ਼ਿਆਦਾਤਰ ਇਸਤੇਮਾਲ ਸ਼ਹਿਨਾਈ, ਬਾਂਸੁਰੀ, ਗਿਟਾਰ ਵਰਗੇ ਮਿਊਜ਼ੀਕਲ ਇਨਸਟਰੂਮੈਂਟ ਬਣਾਉਣ ਵਾਸਤੇ ਕੀਤਾ ਜਾਂਦਾ ਹੈ ਤੇ ਬਲੈਕਵੁੱਡ ਦੀ ਲੱਕੜੀ ਤੋਂ ਬਹੁਤ ਜ਼ਿਆਦਾ ਮਜ਼ਬੂਤ ਤੇ ਟਿਕਾਊ ਫਰਨੀਚਰ ਵੀ ਬਣਾਇਆ ਜਾਂਦਾ ਹੈ। ਇਹ ਫਰਨੀਚਰ ਇੰਨਾ ਮਹਿੰਗਾ ਹੁੰਦਾ ਹੈ ਕਿ ਉਸ ਨੂੰ ਖਰੀਦਣਾ ਆਮ ਆਦਮੀ ਦੇ ਬਸ ਦੀ ਗੱਲ ਨਹੀਂ ਹੈ। ਗੱਲ ਕਰਦੇ ਹਾਂ ਜੀ ਹੁਣ ਅਸੀਂ ਅਗਲੇ ਫੈਕਟ ਦੀ। ਬ੍ਰੈਂਡਮ ਇੱਕ ਇਨਸਾਨ ਜਿਹੜਾ ਕਿ ਜਦੋਂ 1.5 ਸਾਲ ਦਾ ਸੀ ਉਦੋਂ ਤੋਂ ਕਿਤਾਬ ਪੜ੍ਹਨ ਲੱਗ ਗਿਆ ਸੀ ਤੇ ਜਦੋਂ ਉਹ 10 ਸਾਲ ਦਾ ਹੋਇਆ ਤਾਂ ਇਸਨੇ ਹਾਈ ਸਕੂਲ ਦੀ ਪੜ੍ਹਾਈ ਪੂਰੀ ਕਰ ਲਈ ਸੀ ਅਤੇ 11 ਸਾਲ ਦੀ ਉਮਰ ਵਿੱਚ ਇਸਨੇ ਕਾਲਜ ਵਿੱਚ ਦਾਖਲਾ ਵੀ ਲੈ ਲਿਆ ਸੀ ਤੇ ਨਾਲ ਹੀ ਨਾਲ ਗਾਣੇ ਵੀ ਕੰਪੋਜ਼ ਕਰਨ ਲੱਗ ਗਿਆ ਸੀ ਤੇ ਇਸ ਦਾ IQ ਲੈਵਲ ਮਤਲਬ ਦਿਮਾਗੀ ਸ਼ਕਤੀ 178 ਸੀ, ਜਦ ਕਿ ਆਇਨਸਟਾਈਨ ਦਾ IQ ਲੈਵਲ 160 ਸੀ ਤੇ 14 ਸਾਲ ਦੀ ਉਮਰ ਦੇ ਵਿੱਚ ਇਸ ਨੇ ਖੁਦ ਨੂੰ ਗੋਲੀ ਮਾਰ ਲਈ ਸੀ ਤੇ ਇਸ ਨੇ ਆਪਣੇ ਅੰਗ ਜ਼ਰੂਰਤਮੰਦ ਲੋਕਾਂ ਨੂੰ ਦਾਨ ਕਰ ਦਿੱਤੇ। ਸੁਸਾਈਡ ਨੋਟ ਤੇ ਲਿਖਿਆ ਸੀ ਕਿ ਮੈਂ ਆਪਣੀ ਜ਼ਿੰਦਗੀ ਜੀ ਲਈ ਹੈ ਤੇ ਹੁਣ ਮੈਂ ਬਹੁਤ ਥੱਕ ਗਿਆ ਹਾਂ। ਸੋ ਦਿਮਾਗ ਨੇ ਬਹੁਤ ਜ਼ਿਆਦਾ ਸਪੀਡ ਨਾਲ ਜ਼ਿੰਦਗੀ ਜੀ ਲਈ ਸੀ। ਇਸ ਤੋਂ ਇਹ ਵੀ ਸਿੱਖਣ ਨੂੰ ਮਿਲਦਾ ਹੈ ਕਿ ਜੇਕਰ ਜ਼ਿਆਦਾ ਸਪੀਡ ਦੇ ਨਾਲ ਜ਼ਿੰਦਗੀ ਜੀਓਗੇ ਤਾਂ ਵੀ ਅੱਕ ਜਾਣਾ ਤੇ ਜੇਕਰ ਬਹੁਤ ਹੀ ਸਲੋ ਜ਼ਿੰਦਗੀ ਜੀਓਗੇ ਤਾਂ ਵੀ ਅੱਕ ਜਾਣਾ। ਸੋ ਕੁੱਲ ਮਿਲਾ ਕੇ ਕਿ ਲੋੜਾਂ ਪੂਰੀਆਂ ਕਰਨ ਲਈ ਜ਼ਿੰਦਗੀ ਜੀ ਜਾਂਦੀ ਹੈ ਤੇ ਜੇਕਰ ਲੋੜਾਂ ਪੂਰੀਆਂ ਹੋ ਗਈਆਂ ਤੇ ਫਿਰ ਜ਼ਿੰਦਗੀ ਜਿਉਣ ਦਾ ਮਤਲਬ ਹੀ ਨਹੀਂ ਕੋਈ ਰਹਿੰਦਾ। ਸੋ ਇਸ ਕਰਕੇ ਆਪਣੇ ਚਾਵਾਂ ਨੂੰ ਕਦੇ ਖਤਮ ਨਹੀਂ ਕਰਨਾ ਚਾਹੀਦਾ, ਆਪਣੀਆਂ ਲੋੜਾਂ ਨੂੰ ਕਦੇ ਖਤਮ ਨਹੀਂ ਕਰਨਾ ਚਾਹੀਦਾ। ਅਗਰ ਤੁਹਾਨੂੰ ਲੱਗਦਾ ਹੈ ਕਿ ਪਹਿਲੀ ਲੋੜ ਪੂਰੀ ਹੋ ਗਈ ਹੈ, ਦੂਸਰੀ ਬਣਾ ਲਓ ਕਿਉਂਕਿ ਜੀਣਾ ਵੀ ਤਾਂ ਜ਼ਰੂਰੀ ਹੈ। ਚੱਲਦੇ ਹਾਂ ਜੀ ਹੁਣ ਅਸੀਂ ਅਗਲੇ ਫੈਕਟ ਦੇ ਵੱਲ। ਤੁਸੀਂ ਕਦੇ ਨਾ ਕਦੇ ਕਿਸੇ ਹਾਈਵੇ ਤੇ, ਚੌਰਾਹੇ ਤੇ ਜਾਂ ਫਿਰ ਰੋਡ ਦੇ ਉੱਤੇ ਲੱਗੀਆਂ ਹੋਈਆਂ ਛੋਟੀਆਂ ਜਗਦੀਆਂ ਬੁਝਦੀਆਂ ਲਾਈਟਸ ਨੂੰ ਤਾਂ ਦੇਖਿਆ ਹੀ ਹੋਵੇਗਾ। ਅਕਸਰ ਸਾਡੇ ਦਿਮਾਗ ਦੇ ਵਿੱਚ ਇਹਨਾਂ ਲਾਈਟਸ ਨੂੰ ਦੇਖ ਕੇ ਆਉਂਦਾ ਹੈ ਕਿ ਇਹਨਾਂ ਲਾਈਟਸ ਨੂੰ ਪਾਵਰ ਕਿੱਥੋਂ ਦਿੱਤੀ ਜਾਂਦੀ ਹੈ ਜਾਂ ਫਿਰ ਜ਼ਮੀਨ ਦੇ ਥੱਲੇ ਕੋਈ ਬਿਜਲੀ ਦੀਆਂ ਤਾਰਾਂ ਵਿਛਾ ਕੇ ਇਸ ਨੂੰ ਪਾਵਰ ਦਿੱਤੀ ਜਾਂਦੀ ਹੈ, ਪਰ ਐਦਾਂ ਨਹੀਂ ਹੈ। ਕਿਉਂਕਿ ਮੈਂ ਤੁਹਾਨੂੰ ਦੱਸ ਦਵਾਂ ਕਿ ਇਹ ਰੋਡ ਤੇ ਲੱਗੀਆਂ ਹੋਈਆਂ ਲਾਈਟਸ ਨੂੰ ਅਸੀਂ ਆਖਦੇ ਹਾਂ ਰੋਡ ਸਟੱਡ, ਜਿਹਦੇ ਇੱਕ ਪੀਸ ਦੀ ਕੀਮਤ ਹੀ 1000 ਤੋਂ ਲੈ ਕੇ 1500 ਰੁਪਏ ਤੱਕ ਹੈ। ਇਹਨਾਂ ਰੋਡ ਸਟੱਡ ਦੀ ਖਾਸੀਅਤ ਇਹ ਹੁੰਦੀ ਹੈ ਕਿ ਇਹਨਾਂ ਨੂੰ ਕਿਸੇ ਵੀ ਐਕਸਟਰਨਲ ਪਾਵਰ ਸੋਰਸ ਦੀ ਜ਼ਰੂਰਤ ਨਹੀਂ ਪੈਂਦੀ। ਇਹ ਪੂਰੀ ਤਰ੍ਹਾਂ ਸੌਰ ਊਰਜਾ ਯਾਨੀ ਕਿ ਸੋਲਰ ਸਿਸਟਮ ਦੇ ਉੱਤੇ ਹੀ ਡਿਪੈਂਡ ਕਰਦੇ ਹਨ। ਇਹਨਾਂ ਰੋਡ ਸਟੱਡ ਦੇ ਵਿੱਚ ਇੱਕ ਮਾਈਕਰੋਚਿਪ, ਸੋਲਰ ਪੈਨਲ, LED ਲਾਈਟ ਸੈਂਸਰ ਤੇ ਇੱਕ ਬੈਟਰੀ ਫਿੱਟ ਹੁੰਦੀ ਹੈ। ਸੋ ਸੈਂਸਰ ਦਾ ਕੰਮ ਇਹ ਪਤਾ ਲਗਾਉਣਾ ਹੁੰਦਾ ਹੈ ਕਿ ਦਿਨ ਹੈ ਜਾਂ ਰਾਤ, ਤੇ ਜਦੋਂ ਰਾਤ ਹੁੰਦੀ ਹੈ ਤਾਂ ਇਹ ਲਾਈਟਸ ਜਗਣ ਬੁਝਣ ਲੱਗ ਜਾਂਦੀਆਂ ਹਨ ਤੇ ਦਿਨ ਹੁੰਦੇ ਹੀ ਬੰਦ ਹੋ ਜਾਂਦੀਆਂ ਹਨ ਤੇ ਇਸ ਦਾ ਸੋਲਰ ਇਸ ਨੂੰ ਚਾਰਜ ਕਰਦਾ ਹੈ। ਸੋ ਮਜ਼ੇ ਦੀ ਗੱਲ ਇਹ ਹੈ ਕਿ ਜਦੋਂ ਰਾਤ ਨੂੰ ਵੀ ਤੁਸੀਂ ਕਦੀ ਇਹਦੇ ਤੇ ਲਾਈਟ ਮਾਰੋਗੇ ਨਾ ਤੇ ਇਹ ਜਗਣਾ ਬੰਦ ਹੋ ਜਾਵੇਗਾ ਕਿਉਂਕਿ ਸੈਂਸਰ ਨੂੰ ਪਤਾ ਲੱਗ ਜਾਂਦਾ ਹੈ ਕਿ ਦਿਨ ਹੈ। ਗੱਲ ਕਰਦੇ ਹਾਂ ਜੀ ਹੁਣ ਅਸੀਂ ਅਗਲੇ ਫੈਕਟ ਦੇ ਬਾਰੇ। ਤੁਹਾਡੇ ਵਿੱਚ ਬਹੁਤ ਸਾਰੇ ਮੈਕਡੋਨਲਡ ਤੇ ਮੈਕਡੋਵਲਸ ਨੂੰ ਜਾਣਦੇ ਹੋਣਗੇ, ਪਰ ਬਹੁਤ ਸਾਰੇ ਲੋਕਾਂ ਨੂੰ MC ਮਤਲਬ ਜਿਸ ਨੂੰ ਅਸੀਂ ਮੈਕ ਕਹਿੰਦੇ ਹਾਂ ਉਸ ਦਾ ਮਤਲਬ ਨਹੀਂ ਪਤਾ ਹੋਵੇਗਾ। ਅਸਲ ਵਿੱਚ MC ਦਾ ਮਤਲਬ ਹੁੰਦਾ ਹੈ ਸਨ ਆਫ, ਮਤਲਬ ਉਸ ਦਾ ਪੁੱਤਰ। ਜਿਵੇਂ ਕਿ ਮੈਕਡੋਨਲਡ ਦਾ ਮਤਲਬ ਹੈ ਡੋਨਲਡ ਦਾ ਪੁੱਤਰ ਔਰ ਜਿਵੇਂ ਕਿ ਮੈਕਡਬਲਸ ਦਾ ਮਤਲਬ ਹੈ ਡਬਲਸ ਦਾ ਪੁੱਤਰ। ਸੋ ਹੁਣ ਪਤਾ ਲੱਗਿਆ ਕਿ ਇਹਨਾਂ ਨਾਮਾਂ ਦੇ ਪਿੱਛੇ ਮਤਲਬ ਕੀ ਹੈ। ਗੱਲ ਕਰਦੇ ਹਾਂ ਜੀ ਹੁਣ ਅਗਲੇ ਫੈਕਟ ਦੇ ਬਾਰੇ। ਬਿਲ ਗੇਟਸ ਇਕਲੌਤਾ ਅਜਿਹਾ ਯੂਟਿਊਬਰ ਹੈ ਜੋ YouTube ਨੂੰ ਖਰੀਦ ਵੀ ਸਕਦਾ ਹੈ ਤੇ ਇਹ ਇਨਸਾਨ ਨਿਊਯਾਰਕ ਦਾ ਰਹਿਣ ਵਾਲਾ ਹੈ ਤੇ ਇਸ ਨੇ ਇੱਕ ਕਾਰ ਖਰੀਦੀ ਸੀ। ਉਸ ਦਾ ਨੰਬਰ ਸੀ 5201732 ਤੇ ਅਸਲ ਵਿੱਚ ਉਸ ਨੂੰ ਨਹੀਂ ਪਤਾ ਸੀ ਕਿ ਇਹ ਉਸ ਦੀ ਮੌਤ ਦੀ ਤਾਰੀਖ ਸੀ ਤੇ ਜਦੋਂ ਉਸ ਦੀ ਮੌਤ ਹੋਈ ਤੇ ਉਸ ਦੀ ਮੌਤ ਵੀ ਮਈ ਦੇ ਮਹੀਨੇ ਵਿੱਚ ਹੋਈ, ਮਤਲਬ ਕਿ 5ਵੇਂ ਮਹੀਨੇ ਦੀ 17 ਤਰੀਕ 1932 ਦੇ ਵਿੱਚ। ਸੋ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਜਿਹੜੀ ਵੀ ਗੱਡੀ ਦਾ ਨੰਬਰ ਲੈ ਰਹੇ ਹਾਂ ਜਾਂ ਕੋਈ ਵੀ ਇਦਾਂ ਦੀ ਤਾਰੀਖ ਕਿ ਉਹ ਸਾਡੀ ਮੌਤ ਦਾ ਕਾਰਨ ਬਣ ਸਕਦੀ ਹੈ।
ਸੋ ਇਹ ਤਾਂ ਸੀ ਜੀ ਅੱਜ ਦੇ ਫੈਕਟ। ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਸਾਡੇ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਦੇ ਬਾਰੇ, ਤੇ ਜਾਣਕਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ। ਫੈਕਟ ਦੇ ਨਾਲ ਸਾਨੂੰ ਸੱਚ ਦਾ ਪਤਾ ਹੋਣਾ ਵੀ ਬਹੁਤ ਜ਼ਰੂਰੀ ਹੈ। ਸੋ ਵੱਧਦੇ ਹਾਂ ਜੀ ਸਾਡੇ ਅਗਲੇ ਪੜਾਅ ਦੇ ਉੱਤੇ, ਮਤਲਬ ਕਿ ਜਾਣਕਾਰੀ ਵੱਲ। ਗੱਲ ਕਰਦੇ ਹਾਂ ਜਿਵੇਂ ਕਿ ਜ਼ਿੰਦਗੀ ਵਿੱਚ ਬਹੁਤ ਵਾਰ ਅਸੀਂ ਨਿਰਾਸ਼ ਹੋ ਜਾਂਦੇ ਹਾਂ, ਪਰ ਰੱਬ ਨੇ ਸਾਨੂੰ ਇਹ ਨਹੀਂ ਦਿੱਤਾ, ਉਹ ਨਹੀਂ ਦਿੱਤਾ। ਪਰ ਜੇਕਰ ਅਸੀਂ ਤੰਦਰੁਸਤ ਹਾਂ ਅਤੇ ਸਾਡੇ ਸਾਰੇ ਦੇ ਸਾਰੇ ਅੰਗ ਪੈਰ ਸਲਾਮਤ ਨੇ ਤਾਂ ਅਸੀਂ ਬਹੁਤ ਅਮੀਰ ਹਾਂ। ਇਹ ਗੱਲ ਸਾਨੂੰ ਕਦੇ ਨਹੀਂ ਭੁੱਲਣੀ ਚਾਹੀਦੀ, ਕਿਉਂਕਿ ਤੰਦਰੁਸਤ ਇਨਸਾਨ ਮਿਹਨਤ ਕਰਕੇ ਪੈਸਾ ਕਮਾ ਸਕਦਾ ਹੈ, ਪਰ ਜੋ ਕਿਸੇ ਕਾਰਨ ਕਿਸੇ ਬਿਮਾਰੀ ਨਾਲ ਜੂਝ ਰਿਹਾ ਹੋਵੇ ਉਸ ਦੇ ਲਈ ਜ਼ਿੰਦਗੀ ਜਿਉਣੀ ਬਹੁਤ ਔਖੀ ਹੋ ਜਾਂਦੀ ਹੈ। ਪਰ ਅੱਜ ਦੇ ਸਮੇਂ ਵਿੱਚ ਕਈ ਲੋਕ ਬਿਨਾਂ ਅੰਗ ਪੈਰ ਤੋਂ ਵੀ ਬਹੁਤ ਵੱਡੇ ਮੈਦਾਨ ਫਤਿਹ ਕਰ ਰਹੇ ਨੇ, ਪਰ ਕਈਆਂ ਦੇ ਅੰਗ ਪੈਰ ਵੀ ਪੂਰੇ ਹੁੰਦੇ ਨੇ, ਫੇਰ ਵੀ ਰੋਂਦੇ ਰਹਿੰਦੇ ਨੇ ਕਿ ਰੱਬ ਨੇ ਸਾਨੂੰ ਇਹ ਨਹੀਂ ਦਿੱਤਾ, ਉਹ ਨਹੀਂ ਦਿੱਤਾ, ਜਦ ਕਿ ਚੀਜ਼ਾਂ ਸਾਨੂੰ ਆਪ ਕਮਾਉਣੀਆਂ ਪੈਂਦੀਆਂ ਨੇ। ਰੱਬ ਨੇ ਸਾਨੂੰ ਸਿਰਫ ਅੰਗ ਪੈਰ ਬੁੱਧੀ ਇਹ ਕੁਝ ਦੇਣਾ, ਪਰ ਫਿਰ ਵੀ ਬਹੁਤ ਸਾਰੇ ਲੋਕ ਆਪਣੇ ਸਰੀਰ ਦੀ ਕਦਰ ਨਹੀਂ ਕਰਦੇ ਤੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਜੋ ਉਹਨਾਂ ਨੂੰ ਮਿਲਿਆ ਉਹ ਕਿੰਨਿਆਂ ਨੂੰ ਨਹੀਂ ਮਿਲਿਆ। ਜੇਕਰ ਅਸੀਂ ਧਿਆਨ ਨਾਲ ਦੇਖੀਏ ਤਾਂ ਹੱਥ ਦੀ ਛੋਟੀ ਉਂਗਲੀ ਨੂੰ ਅਸੀਂ ਬਿਨਾਂ ਮਤਲਬ ਦੀ ਹੀ ਸਮਝਦੇ ਹਾਂ, ਪਰ ਕਿਸੇ ਚੀਜ਼ ਨੂੰ ਜ਼ੋਰ ਲਾ ਕੇ ਫੜਨ ਵਿੱਚ ਇਸ ਦਾ ਬਾਕੀ 4 ਉਂਗਲੀਆਂ ਨਾਲੋਂ 50% ਹਿੱਸਾ ਲੱਗਦਾ ਹੈ ਤੇ ਇਸ ਤੋਂ ਬਿਨਾਂ ਅਸੀਂ ਮਜ਼ਬੂਤ ਪਕੜ ਨਹੀਂ ਬਣਾ ਸਕਦੇ। ਸੋ ਇਸ ਕਾਰਨ ਸਾਨੂੰ ਆਪਣੇ ਅਨਮੋਲ ਸਰੀਰ ਦੀ ਤੇ ਹਰ ਅੰਗ ਦੀ ਕਦਰ ਕਰਨੀ ਚਾਹੀਦੀ ਹੈ। ਪਰ ਜਿਹੜੇ ਬੰਦੇ ਦੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਨੇ ਸਰੀਰ ਦੀਆਂ ਕਮੀਆਂ ਦੇ ਕਾਰਨ ਵੀ ਉਹ ਕੀਤਾ ਜੋ ਬਹੁਤ ਸਾਰੇ ਲੋਕ ਸੋਚ ਵੀ ਨਹੀਂ ਸਕਦੇ, ਕਿਉਂਕਿ ਉਸਨੇ ਖੁਦ ਤੇ ਵਿਸ਼ਵਾਸ ਰੱਖਿਆ ਅਤੇ ਕਿਹਾ ਜੋ ਹੁੰਦਾ ਹੈ ਉਹ ਚੰਗੇ ਲਈ ਹੁੰਦਾ ਹੈ ਤੇ ਆਪਣੇ ਸਰੀਰ ਵਿੱਚ ਕਮੀਆਂ ਕੱਢਣਾ ਰੱਬ ਦੇ ਕੰਮ ਵਿੱਚ ਨੁਕਸ ਕੱਢਣ ਦੇ ਬਰਾਬਰ ਹੈ। ਸੋ ਅੱਜ ਅਸੀਂ ਗੱਲ ਕਰਾਂਗੇ ਕੈਰੋਲੀ ਦੀ, ਜੋ ਕਿ ਹੰਗਰੀ ਦੇਸ਼ ਦਾ ਇੱਕ ਫੌਜੀ ਸੀ ਅਤੇ ਬਹੁਤ ਵਧੀਆ ਸ਼ੂਟਰ ਸੀ। ਇਹਨਾਂ ਦਾ ਸ਼ੂਟਰ ਵਾਲਾ ਸਫ਼ਰ ਬਹੁਤ ਮੁਸ਼ਕਲ ਭਰਿਆ ਰਿਹਾ ਤੇ ਇਹ ਸਫ਼ਰ ਸ਼ੁਰੂ ਹੁੰਦਾ ਹੈ 1938 ਤੋਂ, ਜਦੋਂ ਕੈਰੋਲੀ ਹੰਗਰੀ ਫੌਜ ਵਿੱਚ ਸੀ ਤੇ ਉਹ ਆਪਣੇ ਦੇਸ਼ ਦੀ ਫੌਜ ਵਿੱਚੋਂ ਸਭ ਤੋਂ ਬੈਸਟ ਪਿਸਟਲ ਸ਼ੂਟਰ ਸੀ ਤੇ ਉਹ ਆਪਣੇ ਸਕੂਲ ਟਾਈਮ ਦੇ ਵਿੱਚ ਬਹੁਤ ਸਾਰੀਆਂ ਨੈਸ਼ਨਲ ਲੈਵਲ ਤੱਕ ਦੀਆਂ ਸ਼ੂਟਿੰਗ ਖੇਡਾਂ ਜਿੱਤ ਚੁੱਕਿਆ ਸੀ ਤੇ ਲੋਕਾਂ ਨੂੰ ਇਹ ਆਸ ਸੀ ਕਿ 1940 ਵਿੱਚ ਹੋਣ ਵਾਲੀਆਂ 올림픽 ਖੇਡਾਂ ਵਿੱਚੋਂ ਕੈਰੋਲੀ ਹੀ ਸ਼ੂਟਿੰਗ ਵਿੱਚੋਂ ਜਿੱਤੇਗਾ ਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰੇਗਾ। ਤੇ ਕੈਰੋਲੀ ਨੇ ਆਪਣੇ ਸਕੂਲ ਟਾਈਮ ਤੋਂ ਹੀ ਸੋਚਿਆ ਸੀ ਕਿ ਉਹ ਆਪਣੇ ਸੱਜੇ ਹੱਥ ਨੂੰ ਸਭ ਤੋਂ ਬੈਸਟ ਬਣਾ ਲਵੇਗਾ ਤਾਂ ਕਿ ਕੋਈ ਮੇਰੇ ਤੋਂ ਸ਼ੂਟਿੰਗ ਵਿੱਚ ਜਿੱਤ ਨਾ ਸਕੇ। ਤੇ ਹੁਣ ਉਹ ਦਿਨ ਰਾਤ ਬਹੁਤ ਜ਼ਿਆਦਾ ਮਿਹਨਤ ਕਰਦਾ ਸੀ ਆਪਣੇ ਹੱਥ ਨੂੰ ਬੈਸਟ ਬਣਾਉਣ ਲਈ। ਬਹੁਤ ਸਾਰੀ ਮਿਹਨਤ ਤੇ ਲਗਨ ਦੇ ਨਾਲ ਉਸਨੇ ਇਹ ਕਰ ਵੀ ਲਿਆ। ਹੁਣ ਉਸਦਾ ਸੱਜਾ ਹੱਥ ਸਭ ਤੋਂ ਬੈਸਟ ਬਣ ਚੁੱਕਿਆ ਸੀ, ਪਰ ਇਸ ਤੋਂ ਬਾਅਦ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। 1938 ਵਿੱਚ ਜਦੋਂ ਆਰਮੀ ਦਾ ਇੱਕ ਟ੍ਰੇਨਿੰਗ ਸੈਸ਼ਨ ਚੱਲ ਰਿਹਾ ਸੀ ਜਿਸ ਵਿੱਚ ਉਹ ਵੀ ਸ਼ਾਮਿਲ ਸੀ ਤੇ ਹੁਣ ਜਿਸ ਹੱਥ ਨੂੰ ਕੈਰੋਲੀ ਨੇ ਸਾਲ ਦੀ ਮਿਹਨਤ ਦੇ ਨਾਲ ਬੈਸਟ ਬਣਾਇਆ ਸੀ, ਜਿਸ ਨਾਲ 골ਡ ਮੈਡਲ ਜਿੱਤਣਾ ਸੀ, ਉਸ ਹੱਥ ਵਿੱਚ ਬੰਬ ਫਟ ਗਿਆ ਅਤੇ ਜਿਸ ਤੋਂ ਬਾਅਦ ਉਸਦਾ ਹੱਥ ਉਸਦੇ ਸਰੀਰ ਤੋਂ ਅਲੱਗ ਹੋ ਗਿਆ ਅਤੇ ਹੁਣ ਉਸਦਾ ਸੁਪਨਾ ਟੁੱਟ ਚੁੱਕਿਆ ਸੀ ਤੇ ਕਈ ਸਾਲਾਂ ਦੀ ਮਿਹਨਤ ਇੱਕ ਝਟਕੇ ਵਿੱਚ ਲੀਰੋ ਲੀਰ ਹੋ ਗਈ ਸੀ। ਹੁਣ ਉਸਦਾ ਹੱਥ ਤਾਂ ਚਲੇ ਗਿਆ ਸੀ ਤੇ ਉਸ ਦੇ ਜ਼ਖਮ ਠੀਕ ਹੋਣ ਤੋਂ ਬਾਅਦ ਉਸਦੇ ਕੋਲ 2 ਰਸਤੇ ਸੀ, ਜਾਂ ਤਾਂ ਉਹ ਸਾਰੀ ਉਮਰ ਰੋਂਦਾ ਰਹੇ ਤੇ ਜਾਂ ਖੁਦ ਨੂੰ ਕੋਸਦਾ ਰਹੇ ਕਿ ਉਸ ਦਿਨ ਮੈਂ ਜੇ ਇਹ ਨਾ ਕਰਦਾ ਤਾਂ ਠੀਕ ਹੁੰਦਾ, ਜਾਂ ਫਿਰ ਰੱਬ ਨੇ ਮੇਰੇ ਨਾਲ ਹੀ ਅਜਿਹਾ ਕਿਉਂ ਕੀਤਾ। ਤੇ ਦੂਜਾ ਰਸਤਾ ਸੀ ਉਸ ਕੋਲ ਇਹ ਕਿ ਸਭ ਕੁਝ ਭੁੱਲ ਕੇ ਕੁਝ ਅਜਿਹਾ ਕਰੇ ਕਿ ਫਿਰ ਦੁਬਾਰਾ ਤੋਂ ਬੈਸਟ ਬਣ ਸਕੇ। ਉਸਨੇ ਫਿਰ ਦੂਜਾ ਰਸਤਾ ਚੁਣ ਲਿਆ। ਉਹਨੇ ਆਪਣੇ ਦੂਜੇ ਹੱਥ ਨੂੰ ਚੁਣਿਆ ਦੁਬਾਰਾ ਵਾਪਸੀ ਕਰਨ ਲਈ, ਕਿਉਂਕਿ ਉਸਨੇ ਸੋਚਿਆ ਕਿ ਜੋ ਹੈ ਹੀ ਨਹੀਂ ਉਸਦੇ ਬਾਰੇ ਸੋਚਣ ਦਾ ਕੋਈ ਫਾਇਦਾ ਨਹੀਂ। ਤੇ ਹੁਣ ਉਸਨੇ ਸਾਰਾ ਧਿਆਨ ਦੂਸਰੇ ਹੱਥ ਤੇ ਦਿੱਤਾ ਜੋ ਉਸ ਦੇ ਕੋਲ ਸੀ। ਤੇ ਤੁਹਾਨੂੰ ਦੱਸ ਦਈਏ ਕਿ ਖੱਬੇ ਹੱਥ ਨਾਲ ਉਹ ਕਦੇ ਲਿਖ ਵੀ ਨਹੀਂ ਸਕਦਾ ਸੀ ਤੇ ਉਸ ਹੱਥ ਨਾਲ ਉਸਨੇ ਵਰਲਡ ਚੈਂਪੀਅਨ ਬਣਨ ਦਾ ਸੁਪਨਾ ਦੇਖ ਲਿਆ ਅਤੇ ਫਿਰ ਉਸਨੇ ਆਪਣੇ ਇਲਾਜ ਤੋਂ ਬਾਅਦ ਆਪਣੀ ਟ੍ਰੇਨਿੰਗ ਸ਼ੁਰੂ ਕਰ ਦਿੱਤੀ। ਤੇ ਉਸ ਦੇਸ਼ ਦੇ ਲੋਕ ਇੰਨੇ ਵਧੀਆ ਖਿਡਾਰੀ ਨੂੰ ਖੋਣ ਤੋਂ ਬਾਅਦ ਬਹੁਤ ਦੁਖੀ ਸੀ, ਪਰ ਉਸਨੇ ਬਿਨਾਂ ਕਿਸੇ ਨੂੰ ਦੱਸੇ ਆਪਣੀ ਟ੍ਰੇਨਿੰਗ ਤੇ ਜ਼ੋਰ ਦੇ ਰੱਖਿਆ ਅਤੇ ਟ੍ਰੇਨਿੰਗ ਤੋਂ 1 ਸਾਲ ਬਾਅਦ 1939 ਵਿੱਚ ਨੈਸ਼ਨਲ ਚੈਂਪੀਅਨਸ਼ਿਪ ਹੋ ਰਹੀਆਂ ਸੀ ਤੇ ਉੱਥੇ ਬਹੁਤ ਸਾਰੇ ਪਿਸਟਲ ਸ਼ੂਟਰ ਆਏ ਹੋਏ ਸੀ ਤੇ ਕੈਰੋਲੀ ਉੱਥੇ ਪਹੁੰਚਿਆ ਤੇ ਹੁਣ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਅੱਜ ਵਾਪਸੀ ਕਰਨ ਵਾਲਾ ਹੈ ਤੇ ਸਾਰੇ ਉਸ ਨੂੰ ਮਿਲਣ ਆਏ ਕਿ ਇੰਨਾ ਵੱਡਾ ਖਿਡਾਰੀ ਸਾਨੂੰ ਜੋਸ਼ ਦੇਣ ਦੇ ਲਈ ਆਇਆ ਹੈ, ਸਾਡਾ ਹੌਸਲਾ ਵਧਾਉਣ ਦੇ ਲਈ ਆਇਆ ਤੇ ਲੋਕ ਉਸ ਨੂੰ ਸਲਾਮ ਕਰ ਰਹੇ ਸੀ। ਤੇ ਖਿਡਾਰੀਆਂ ਨੇ ਕਿਹਾ ਕਿ ਤੇਰੇ ਵਰਗਾ ਬੰਦਾ ਹੋਣਾ ਚਾਹੀਦਾ ਹੈ ਜੋ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸਾਨੂੰ ਹੌਸਲਾ ਦੇਣ ਆਇਆ। ਤੇ ਉਸ ਦੇ ਜਵਾਬ ਦੇ ਵਿੱਚ ਕਿਹਾ ਕਿ ਹੌਸਲਾ ਦੇਣ ਨਹੀਂ, ਮੈਂ ਤੁਹਾਡੇ ਬਰਾਬਰ ਖੇਡਣ ਆਇਆ।
सो हुण मुकाबले विच सोचण वाली गल ये सी कि उत्थे बाकी सारे खिडारी जिन्ने भी आए हुए सी वो अपने बेस्ट हथ नाल खेड रहे सी, पर कैरोली अपने नवे हथ नाल जो उसने दोबारा तैयार कीता सी उस नाल खेड रहा सी ते उसने सारे लोग उदों हैरानी दे विच पा दिते जदों वो जित गया। हुण लोग ये सोच रहे सी कि इत्थे तां ये जित गया ते हुण ये बंद कर देगा क्योंकि इसनूं अपनी तसल्ली हो गई है। पर जदों कैरोली ने कहा कि मैं 1940 दियां ओलंपिक खेडां विच हिस्सा लवांगा तां सारे हैरान हो गए ते उसने कहा कि ये मेरा सुपना सी कि मैं इसनूं पूरा करांगा ते तैयारी करांगा। पर 1940 दे ओलंपिक कैंसल हो गए क्योंकि वर्ल्ड वॉर शुरू हो गई सी ते उसका दिल टुट गया, पर उसने अपनी तैयारी अगलियां खेडां तक जारी रखी ताकि 1940 दियां ओलंपिक विच हिस्सा ले सके अते जिस दे लई उसने दिन रात एक कर दिता। पर 1940 दियां ओलंपिक खेडां भी कैंसल हो गईयां, पर जो इंसान हथ टुटण तो नहीं रुकिया हुण ओह किवें रुक जांदा। फिर हुण उसने अपना टीचा 1948 दियां ओलंपिक खेडां नूं रख लिया ते रब दा शुकराना कीता कि उसने मैनूं तैयारी करन दा समा दिता है। सो इन्नी नैगेटिविटी विचों भी बंदे ने पॉजिटिविटी कढ ही लई, जद कि उसदी उम्र वध रही सी ते ओ फिर भी ये सोच रहा सी कि शायद रब मैनूं समा दे रहा है। ते हुण ओ 36 साल दा सी ते उसने बहुत जवान प्लेयरां नाल मुकाबला करना सी जो कि उम्र वधन नाल मुश्किल हुंदा जांदा है। पर उसने मुश्किल शब्द नूं कदे भी अपने ते भारी नहीं होण दिता, जो करना है वो करना है बस। ते फिर वो 1948 दी ओलंपिक विच गया ते सारियां दियां नज़रां उस ते ही टिकियां सी। फिर उत्थे ओही जित्तिया ते अपने देश नूं गोल्ड मैडल जित के दे दिता, पर फिर भी वो नहीं रुकिया। 1952 दियां ओलंपिक विच हिस्सा लिया, इस बार भी वो फिर जित्तिया ते सारे देश दे लोग हैरान हो गए सी क्योंकि उसने ओलंपिक दी हिस्ट्री नूं बदल के रख दिता सी। क्योंकि इस तो पहला किसी भी खिडारी ने लगातार 2 वारी ओलंपिक विच गोल्ड मैडल नहीं जित्तिया सी शूटिंग दे विच। ते जेकर असीं देखीए कि जिन्हां ने काम नहीं करना उन्हां कोल हज़ार बहाने हुंदे ने कि उस काम नूं ना करन दे, पर जिन्हां ने कुछ करना हुंदा है ना उन्हां कोल एक पॉजिटिव चीज़ हुंदी है, सिर्फ एक, उसते ही वो अपना काम शुरू कर लेंदे ने। ते हुण ਇਹ ਤੁਸੀਂ ਦੇਖਣਾ ਹੈ ਕਿ ਤੁਸੀਂ ਕੰਮ ਵਿੱਚ ਕਮੀਆਂ ਲੱਭਦੇ ਹੋ ਜਾਂ ਫਿਰ ਉਸ ਵਿੱਚ ਚੰਗੀਆਂ ਚੀਜ਼ਾਂ ਜਾਂ ਪੋਜ਼ਿਟਿਵ ਚੀਜ਼ਾਂ ਲੱਭਦੇ ਹੋ। ਤੇ ਲਾਸਟ ਵਿੱਚ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਸਭ ਦੀ ਪ੍ਰੋਬਲਮ ਜ਼ਿਆਦਾਤਰ ਇਹ ਹੁੰਦੀ ਹੈ ਕਿ ਸਾਡੇ ਕੋਲ ਸਮਾਂ ਨਹੀਂ ਹੈ। ਜੋ ਅਸੀਂ ਕੰਮ ਕਰਦੇ ਹਾਂ ਜਾਂ ਜੌਬ ਕਰਦੇ ਹਾਂ ਜਾਂ ਫਿਰ ਕੁਝ ਹੋਰ ਕੰਮ ਕਰਦੇ ਹਾਂ ਉਸ ਤੋਂ ਬਿਨਾਂ ਸਾਡੇ ਕੋਲ ਆਪਣੇ ਗੋਲ ਤੇ ਕੰਮ ਕਰਨ ਲਈ ਸਮਾਂ ਨਹੀਂ ਹੈ। ਕਈ ਤਾਂ ਸਾਰਾ ਦਿਨ ਵਿਹਲੇ ਰਹਿੰਦੇ ਨੇ। बहुत सारे लोगों की ये प्रॉब्लम है कि काश मेरे कोल होर ज़्यादा समा हुंदा, पर जेकर उस व्यक्ति नूं 26 घंटे भी दे दिते जाण ना, जो कुछ नहीं कर सकदा, जेड़ा बंदा 24 घंटे विच कुछ नहीं कर सकिया वो 26 दे विच की कर लऊगा। सो उस कोल गल्लां दा करन दा टाइम है, पिक्चर देखण दा टाइम है, मैच देखण दा टाइम है ते चैट करन दा टाइम भी है, पर कुल मिला के उस इंसान कोलों हर एक अनप्रोडक्टिव एक्टिविटी करन दा टाइम है सिर्फ आप दे गोल नूं छड्ड के। सो जो बंदा कहता है कि मेरे को ज़्यादा टाइम नहीं हुंदा उसनों ये समझ लेना चाहिए है कि 86,400 सैकेंड तो रब ने हर एक इंसान नूं दिते ने। सो यही 86,400 सैकेंड विच लोग चंद ते पहुँच गए ने। इन्ने समय विच जेकर असीं धरती ते भी कुछ नहीं कर सके तो बड़ी शर्म की गल है। ते 52 पत्ते ताश विच हुंदे ने ते बराबर सारिਆਂ ਨੂੰ वंडे जांदे ने। ਜਿਹੜਾ कलाकार आदमी हुंदा है वो 10 विचों 8 बाजियां 7 बाजियां जित जांदा है। ਉਹਨੂੰ ਇਹ ਤਕਲੀਫ ਨਹੀਂ ਹੁੰਦੀ ਕਿ ਪੱਤੇ ਖਰਾਬ ਆ ਗਏ, ਉਸਨੂੰ ਇਹ ਪਤਾ ਹੁੰਦਾ ਹੈ ਕਿ ਜਿਹੜੇ ਆਏ ਨੇ ਉਹਨਾਂ ਨਾਲ ਕਿਵੇਂ ਖੇਡਣਾ। ਉਹ ਦੂਜੇ ਵਾਂਗ ਰੋਂਦਾ ਨਹੀਂ ਆ ਬਾਕੀ ਪੱਤੇ ਵਧੀਆ ਨਹੀਂ ਆਏ। ਸੋ ਜਿਸ ਨੂੰ ਖੇਡਣਾ ਨਹੀਂ ਆਉਂਦਾ ਉਹ ਕਹਿੰਦਾ ਹੈ ਕਿ ਮੇਰੀ ਤਾਂ ਕਿਸਮਤ ਹੀ ਖਰਾਬ ਹੈ, ਮੈਨੂੰ ਹਰ ਵਾਰ ਪੱਤੇ ਹੀ ਖਰਾਬ ਆ ਜਾਂਦੇ ਨੇ। पर कुल मिला के गल ये है कि हर एक दे कोल 24 घंटे ने। ये 24 घंटिया दे विच अब्दुल कलाम भी होए ने ते ये 24 घंटे विच तेंदुलकर भी होए ने। सो किन्ने उदाहरणां ने साडे सामने कामयाब लोकां दियां। सो ये 24 घंटे नूं वरत के अज बहुत लोग जिहड़े ने उचाइयां ते पहुंच गए ने ते बहुत लोग इन्हां 24 घंटियां दे विच ही ये सोचदे ने कि साडे कोल टाइम ही नहीं है। सो अपने लिए टाइम कढना जरूरी है, अपने गोल्स दे लिए टाइम कढना जरूरी है। सो साडा जिहड़ा प्रोग्राम है वो भी तुहानूं कुछ ना कुछ यही सिखाउंदा है कि अगर साडा फैक्ट या साडी कोई जानकारी तुहाडे काम आ सके, तुहाडे गोल दे विच काम आ सके ते साडे लिए बहुत वड्डी गल
ਗੱਲ ਹੋਏਗੀ। ਸੋ ਇਸੇ ਦੇ ਨਾਲ ਹੀ ਅਸੀਂ ਇਸ ਪ੍ਰੋਗਰਾਮ ਨੂੰ ਇੱਥੇ ਖਤਮ ਕਰਾਂਗੇ, ਕਿਉਂਕਿ ਹੁਣ ਜਾਣ ਦਾ ਵੇਲਾ ਹੋ ਚੁੱਕਿਆ ਹੈ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਆਉਣਾ ਹੈ, ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਨੇ, ਕੁਝ ਨਵੇਂ ਫੈਕਟ ਲੈ ਕੇ ਆਉਣੇ ਨੇ, ਕੁਝ ਨਵੀਆਂ ਜਾਣਕਾਰੀਆਂ ਲੈ ਕੇ ਆਉਣੀਆਂ ਨੇ। ਸੋ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਪੂਰਾ ਵਧੀਆ ਲੱਗਿਆ ਹੋਏਗਾ ਤੇ ਇਦਾਂ ਹੀ ਸਾਡੇ ਪ੍ਰੋਗਰਾਮ ਨੂੰ ਦੇਖਦੇ ਰਹਿਣਾ, ਇਦਾਂ ਹੀ ਪਿਆਰ ਕਰਦੇ ਰਹਿਣਾ ਤਾਂ ਕਿ ਮੈਨੂੰ ਹੋਰ ਮੋਟੀਵੇਸ਼ਨ ਮਿਲਦੀ ਰਵੇ, ਮੈਂ ਤੁਹਾਡੇ ਵਾਸਤੇ ਹੋਰ ਕੁਝ ਨਵੇਂ ਫੈਕਟ ਤੇ ਜਾਣਕਾਰੀਆਂ ਸਰਚ ਕਰਕੇ ਲੈ ਕੇ ਆਉਂਦੀ ਰਵਾਂ। ਸੋ ਇਸੇ ਦੇ ਨਾਲ ਹੀ ਹੁਣ ਮੈਂ ਤੁਹਾਡੇ ਤੋਂ ਇਜਾਜ਼ਤ ਲਵਾਂਗੀ ਤੇ ਜਾਂਦੇ ਜਾਂਦੇ ਹਰ ਵਾਰ ਦੀ ਤਰ੍ਹਾਂ ਇੱਕ ਗੱਲ ਉਹੀ ਕਿ ਲਾਈਟ ਜਗਾਓ, ਬੱਤੀ ਜਗਾਓ, ਚਾਹੇ ਦੋਨੋਂ ਨਾ ਜਗਾਓ ਪਰ ਦਿਮਾਗ ਦੀ ਬੱਤੀ ਜ਼ਰੂਰ ਜਗਾਓ। ਸੋ ਇਸੇ ਦੇ ਨਾਲ ਹੀ ਮੈਂ ਤੁਹਾਡੇ ਤੋਂ ਅਲਵਿਦਾ ਲੈਂਦੀ ਹਾਂ। ਸਤਿ ਸ਼੍ਰੀ ਅਕਾਲ। Thank you.